ਬਿੰਗ ਕਸਾਈਆਂ ਦਾ ਸਹਨਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਭੱਠ ਖੇੜਿਆਂ ਦਾ ਰਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ। ਭੱਠ ਖੇੜਿਆਂ ਦਾ ਰਹਿਣਾ, ਸੁਕੋ ਟਲ ਗੁਰ ਸੇ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਤਨ ਪਦਾਰਥ ਵਣਜੀਐ, ਸਤਿਗੁਰ ਦੀਆ ਬਜਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣ ਮੈਂ ਗੁਣੀ ਸਮਾਈ ਰਾਮ। ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ। ਲਾਹਾ ਭਗਤ ਸਹਿ ਸਾਰੇ, ਬਿਨ ਭਗਤੀ ਸੁਖ ਨਾ ਹੋਈ। ਦੂਜੇ ਪਤ ਖੋਈ, ਗੁਰਮਤਿ ਨਾਮ ਆਧਾਰੇ। ਵਖਰ ਨਾਮ ਸਦਾ ਲਾਭ ਹੈ, ਜਿਸਨੋ ਏਤ ਵਪਾਰ ਲਾਏ। ਰਤਨ ਪਦਾਰਥ ਵਣਜੀਐ, ਜਾਂ ਸਤਿਗੁਰ ਦੇ ਬੁਝਾਏ। ਰਤਨ ਪਦਾਰਥ ਵਣਜੀਐ, ਸਤਿਗੁਰ ਦੀਆ ਬੁਝਾਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੁੰਦਿਆਂ ਹੋਇਆਂ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਔਰ ਕਥਾ ਸਰਵਨ ਕਰਨ ਵਾਸਤੇ ਪ੍ਰਾਪਤ ਹੋਏ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਖਾਲਸੇ ਨੂੰ ਜਿਹੜੇ 52 ਹੁਕਮ ਕੀਤੇ ਸਨ, ਉਹਨਾਂ 52 ਹੁਕਮਾਂ ਦੇ ਵਿੱਚੋਂ ਜਦੋਂ ਆਪਾਂ ਅੱਜ ਵੀ ਮਹਾਰਾਜ ਦੇ ਹੁਕਮ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਸਾਡਾ ਸਿੱਖ, ਸਾਡਾ ਸਿੰਘ ਰੋਜ਼ ਸਤ ਸੰਗਤ ਕਰੇ। ਹਰ ਰੋਜ਼ ਗੁਰਬਾਣੀ ਨੂੰ, ਕੀਰਤਨ ਨੂੰ, ਕਥਾ ਨੂੰ, ਪਾਠ ਨੂੰ ਸੰਗਤ ਵਿੱਚ ਬੈਠ ਕੇ ਸਰਵਨ ਕਰੇ। ਦੀਵਾਨ ਦੀ ਹਾਜ਼ਰੀ ਭਰੇ। ਇਹ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਦਸਵੇਂ ਪਾਤਸ਼ਾਹ ਦਾ ਸਾਨੂੰ ਹੈ। ਉਸ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਿਤਨੇਮ ਗੁਰਬਾਣੀ ਦੇ ਕੀਰਤਨ ਸਰਵਨ ਕਰ ਰਹੇ ਸੀ। ਹੁਣ ਇਸ ਵੇਲੇ ਆਪਾਂ ਗੁਰਬਾਣੀ ਦੀ ਕਥਾ ਜੋ ਸਤਿਗੁਰੂ ਜੀ ਸਾਨੂੰ ਲੜੀਵਾਰ ਦਾਤ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦਰ ਸ਼ਬਦ ਅਸੀਂ ਸਰਵਨ ਕਰਦੇ ਆ ਰਹੇ ਹਾਂ। ਐਸੀ ਦਾਤ ਮਹਾਰਾਜ ਜੀ ਤਰੁੱਠ ਕੇ ਸਾਡੀ ਝੋਲੀ ਪਾ ਰਹੇ ਨੇ ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ, ਸੰਸਾਰ ਵਿੱਚ ਆਉਣਾ ਸਫਲਾ ਹੋ ਜਾਵੇ। ਆਓ ਆਪਣੇ ਭਜਦੇ ਹੋਏ ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ। ਕੁਝ ਸਮੇਂ ਵਾਸਤੇ ਭਾਵਨਾ ਨਾਲ, ਸ਼ਰਧਾ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ, ਸਤਿਗੁਰੂ ਜੀ ਸਾਨੂੰ ਅੱਜ ਕੀ ਸੁਮਤ ਬਖਸ਼ਿਸ਼ ਕਰ ਰਹੇ ਨੇ, ਸਰਵਨ ਕਰੀਏ।
ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਰਾਮ। ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਇਹ ਸ਼ਬਦ ਹੈ ਗੁਰਮੁਖੋ ਜੋ ਆਪਾਂ ਸਰਵਨ ਕਰ ਰਹੇ ਹਾਂ। ਸਤਿਗੁਰਾਂ ਨੇ 569 ਤੇ 70 ਅੰਗ ਦੇ ਉੱਪਰ ਇਸ ਸ਼ਬਦ ਨੂੰ ਅੰਕਿਤ ਕੀਤਾ, ਲਿਖਿਆ। ਮਹਾਰਾਜ ਕਹਿਣ ਲੱਗੇ ਜੋ ਸਤਿਗੁਰੂ ਹਨ ਉਹ ਰਾਮ ਰੂਪ ਹਨ। ਸਤਿਗੁਰ ਦੀਆ ਬੁਝਾਈ ਰਾਮ, ਜੋ ਰਾਮ ਰਮਿਆ ਹੋਇਆ ਪਰਮਾਤਮਾ ਉਹਦਾ ਸਰੂਪ ਹੀ ਸਤਿਗੁਰੂ ਹਨ। ਰਾਮ ਦੇ ਵਿੱਚ, ਪਰਮੇਸ਼ਰ ਦੇ ਵਿੱਚ ਤੇ ਗੁਰੂ ਵਿੱਚ ਫਰਕ ਕੋਈ ਨਹੀਂ ਹੈ। ਗੁਰ ਪਰਮੇਸ਼ਰ ਏਕੋ ਜਾਨ, ਗੁਰਬਾਣੀ ਦਾ ਬਚਨ ਹੈ ਕਿ ਗੁਰੂ ਤੇ ਪਰਮੇਸ਼ਰ ਇੱਕ ਸਰੂਪ ਹੀ ਨੇ, ਕਿਉਂਕਿ ਪਰਮੇਸ਼ਰ ਵੀ ਹਰੇਕ ਤੱਤ ਵਿੱਚ, ਹਰੇਕ ਕਣ ਵਿੱਚ ਸਮਾਇਆ ਹੋਇਆ। ਤੇ ਜਦੋਂ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀਆਂ ਦਾ ਮਿਲਾਪ ਹੋਇਆ ਨਾ, ਤੇ ਸਿੱਧ ਚਾਹੁੰਦੇ ਸਨ ਵੀ ਅਸੀਂ ਆਪਣੀ ਸ਼ਕਤੀ ਕਰਕੇ ਇਹ ਵਿਖਾਈਏ ਵੀ ਅਸੀਂ ਬਹੁਤ ਵੱਡੇ ਹਾਂ, ਤੇ ਇਹ ਜੋ ਨਾਨਕ ਤਪਾ ਜੀ ਨੇ ਇਹ ਸਾਡੇ ਤੋਂ ਬਹੁਤ ਛੋਟੇ ਨੇ। ਗੁਰੂ ਨਾਨਕ ਸਾਹਿਬ ਜੀਆਂ ਨੂੰ ਨਾਨਕ ਤਪਾ ਹੀ ਆਖਦੇ ਇਹ ਜਿਹੜੇ ਸਿੱਧ ਸਨ, ਕਿਉਂਕਿ ਇਹਨਾਂ ਦੀਆਂ ਉਮਰਾਂ ਬੜੀਆਂ ਲੰਬੀਆਂ, ਬੜੀਆਂ ਵੱਡੀਆਂ ਸਨ, ਤੇ ਇਹਨਾਂ ਦੀ ਉਮਰਾਂ ਮੁਕਾਬਲੇ ਸਤਿਗੁਰਾਂ ਦੇ ਸਰੀਰਕ ਉਮਰ ਜਿਹੜੀ ਹੈ ਥੋੜ੍ਹੀ ਹੈ। ਇਹ ਹੁਣ ਚਾਹੁੰਦੇ ਨੇ ਵੀ ਜੇ ਅਸੀਂ ਉਮਰਾਂ ਦੇ ਵਿੱਚ ਵੱਡੇ ਹਾਂ ਤੇ ਅਸੀਂ ਹੁਣ ਸ਼ਕਤੀ ਕਰਕੇ ਵੀ ਆਪਣੇ ਆਪ ਨੂੰ ਵੱਡੇ ਸਿੱਧ ਕਰੀਏ। ਤੇ ਮਹਾਰਾਜ ਨਾਲ ਜਿੱਦ ਕਰਨ ਲੱਗ ਪਿਆ, ਮਹਾਰਾਜ ਸਾਡੇ ਨਾਲ ਲੁਕਣ ਮੀਚੀ ਖੇਡ ਲਵੋ, ਅਸੀਂ ਛੁਪਦੇ ਤੁਸੀਂ ਲੱਭੋ, ਤੁਸੀਂ ਛੁਪੋਗੇ ਅਸੀਂ ਲੱਭਾਂਗੇ। ਇਹਨਾਂ ਦੇ ਮਨ ਵਿੱਚ ਇਹ ਹੈ ਵੀ ਸਾਡੇ ਕੋਲ ਤੇ ਸ਼ਕਤੀਆਂ ਨੇ, ਅਸੀਂ ਤੇ ਲੱਭਣਾ ਹੀ ਨਹੀਂ ਇਹਨਾਂ ਨੂੰ। ਜਦੋਂ ਨਾ ਲੱਭ ਪਾਉਣਗੇ ਫਿਰ ਅਸੀਂ ਮਖੌਲ ਕਰਾਂਗੇ, ਨਾਲੇ ਅਸੀਂ ਵੱਡੇ ਬਣ ਜਾਵਾਂਗੇ, ਸਾਰੇ ਆਖਣਗੇ ਵੀ ਇਹ ਬੜੇ ਵੱਡੇ ਤਾਕਤਵਰ ਨੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਵੀ ਇਹ ਖਿਲਣਾ, ਇਹ ਲੁਕਣਾ, ਇਹ ਪ੍ਰਗਟ ਹੋਣਾ, ਇਹ ਛੁਪਣਾ ਇਹ ਬੱਚਿਆਂ ਦਾ ਕੰਮ ਹੈ, ਸਾਧੂਆਂ ਦਾ ਕੰਮ ਥੋੜ੍ਹੀ ਹੈ ਵੀ ਲੁਕਣ ਵਿੱਚ ਹੀ ਖੇਡਦੇ ਰਹੋ। ਕਹਿਣ ਲੱਗੇ ਨਹੀਂ ਮਹਾਰਾਜ ਅਸੀਂ ਤੇ ਖੇਡਾਂਗੇ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਚਲੋ ਜਿਵੇਂ ਤੁਹਾਨੂੰ ਚੰਗਾ ਲੱਗਦਾ। ਕਹਿਣ ਲੱਗੇ ਵੀ ਇਹ ਜਿਹੜੇ ਸਿੱਧ ਸਨ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ, ਆਪਣੇ ਤਾਪ ਦੀ ਸ਼ਕਤੀ ਦੇ ਨਾਲ ਇਹਨਾਂ ਨੇ ਆਪਣੇ ਸਰੂਪ ਬਦਲ ਲਏ, ਸਰੀਰ ਬਦਲ ਲਿਆ। ਕੋਈ ਮੱਛਰ ਬਣ ਗਿਆ, ਕੋਈ ਮੱਖੀ ਬਣ ਗਿਆ, ਕੋਈ ਪਰਿੰਦਾ ਬਣ ਗਿਆ, ਕੋਈ ਪਤਾਲ ਵਿੱਚ ਚਲਾ ਗਿਆ, ਕੋਈ ਸਮੁੰਦਰ ਵਿੱਚ ਜਾ ਕੇ ਬੈਠ ਗਿਆ। ਵੀ ਅਸੀਂ ਨਹੀਂ ਲੱਭਣਾ, ਸਾਡੇ ਵਿੱਚ ਇੰਨੀ ਤਾਕਤ ਹੈ, ਸਾਨੂੰ ਲੱਭ ਕੌਣ ਸਕਦਾ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਚਰਨਾਂ ਦੀ ਖੜਾਂ ਭੇਜੀ, ਚਰਨਾਂ ਵਿੱਚ ਪਾਉਣ ਵਾਲੀ ਖੜਾਂ ਲੱਕੜ ਦੀ ਬਣੀ ਹੋਈ ਸਤਿਗੁਰਾਂ ਨੇ ਉਹ ਭੇਜੀ। ਕਹਿਣ ਲੱਗੇ ਜਿੱਥੇ ਜਿੱਥੇ ਸਿੱਧ ਬੈਠੇ ਨੇ ਲੱਭ ਕੇ ਲੈ ਕੇ ਆ। ਤੇ ਜਿੱਥੇ ਜਿੱਥੇ ਬੈਠੇ ਸਨ ਸਿਰ ਵਿੱਚ ਜਾ ਕੇ ਵੱਜਦੀਆਂ ਖੜਾਵਾਂ, ਪੀੜ ਹੁੰਦੀ ਹੈ ਤੇ ਭੱਜ ਪੈ ਜਿੱਥੇ ਜਿੱਥੇ ਲੁਕੇ ਸਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਏ। ਬੜੇ ਸ਼ਰਮਿੰਦੇ ਹੋਏ ਵੀ ਅਸੀਂ ਤੇ ਆਖਿਆ ਅਸੀਂ ਲੱਭਾਂਗੇ ਨਹੀਂ, ਪਰ ਸਾਨੂੰ ਲੱਭ ਲਿਆ ਇਹਨਾਂ ਨੇ। ਪਰ ਹਾਲੇ ਵੀ ਇੱਕ ਹੋਰ ਮੌਕਾ। ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਲੁਕ ਜਾਓ, ਅਸੀਂ ਲੱਭ ਕੇ ਲਿਆਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਇਸ ਕੰਮ ਵਿੱਚ ਨਹੀਂ ਪੈਣਾ ਚਾਹੁੰਦੇ, ਤੁਸੀਂ ਸਾਨੂੰ ਲੱਭ ਨਹੀਂ ਪਾਉਣਾ। ਕਹਿਣ ਲੱਗੇ ਨਹੀਂ ਮਹਾਰਾਜ ਜਿਵੇਂ ਤੁਸੀਂ ਸਾਨੂੰ ਲੱਭਿਆ ਅਸੀਂ ਤੁਹਾਨੂੰ ਲੱਭਾਂਗੇ। ਸਤਿਗੁਰੂ ਪਾਤਸ਼ਾਹ ਜਾਣਦੇ ਸਨ ਲੱਭਿਆ ਤੇ ਇਹਨਾਂ ਕੋਲੋਂ ਕੋਈ ਨਹੀਂ ਜਾਣਾ, ਪਰ ਜਿੱਦ ਕਰੀ ਬੈਠੇ ਨੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੱਤਾਂ ਵਿੱਚ ਤਾਤੀ ਮਿਲਾ ਦਿੱਤੇ। 5 ਤੱਤਾਂ ਤੋਂ ਸਰੀਰ ਬਣਿਆ ਨਾ, ਅੱਗ ਹੈ, ਹਵਾ ਹੈ, ਪਾਣੀ ਹੈ, ਆਕਾਸ਼ ਹੈ ਤੇ ਧਰਤੀ। 5 ਤੱਤ ਨੇ ਤੇ 5 ਤੱਤਾਂ ਤੋਂ ਇਹ ਸਰੀਰ ਬਣਾ ਦਿੱਤਾ। 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਗੁਰਬਾਣੀ ਦਾ ਬਚਨ ਹੈ। ਹੁਣ ਸਿੱਧਾਂ ਨੇ ਬੜਾ ਯਤਨ ਕੀਤਾ ਲੱਭਣ ਵਾਸਤੇ, ਪਰ ਲੱਭੇ ਨਹੀਂ। ਤੇ ਫਿਰ ਭਾਈ ਮਰਦਾਨਾ ਜੀ ਨੇ ਅਰਦਾਸ ਕੀਤੀ ਮਹਾਰਾਜ ਇਹ ਥੱਕ ਗਏ ਨੇ, ਇਹਨਾਂ ਕੋਲੋਂ ਲੱਭੇ ਨਹੀਂ ਗਏ, ਕਿਰਪਾ ਕਰਕੇ ਆਪੇ ਪ੍ਰਗਟ ਹੋਵੋ। ਤੇ ਸਤਿਗੁਰੂ ਪ੍ਰਗਟ ਹੋ ਗਏ, ਸਾਹਮਣੇ ਆ ਕੇ ਬੈਠ ਗਏ। ਇਤਿਹਾਸ ਦੀ ਇਹ ਸਾਖੀ ਇਹ ਗੱਲ ਦਰਸਾਉਂਦੀ ਹੈ ਵੀ ਪਰਮਾਤਮਾ ਹਰੇਕ ਤੱਤ ਵਿੱਚ ਸਮਾਇਆ ਹੋਇਆ ਹੈ। ਤੇ ਗੁਰੂ ਵੀ ਇੰਨੀ ਸਮਰੱਥਾ ਰੱਖਦਾ, ਪਰਮੇਸ਼ਰ ਦਾ ਰੂਪ ਹੋਣ ਕਰਕੇ ਗੁਰੂ ਵੀ ਤੱਤਾਂ ਵਿੱਚ ਆਪਣੇ ਆਪ ਨੂੰ ਬਦਲ ਸਕਦਾ ਹੈ, ਬਦਲ ਲੈਂਦਾ ਹੈ। ਸਿੱਧਾਂ ਨੂੰ ਨਹੀਂ ਲੱਭੇ ਗੁਰੂ ਪਾਤਸ਼ਾਹ, ਉਹਨਾਂ ਨੇ ਤੱਤਾਂ ਵਿੱਚ ਹੀ ਤੱਤ ਮਿਲਾ ਦਿੱਤੇ। ਮਿੱਟੀ ਵਿੱਚ ਮਿੱਟੀ, ਪਾਣੀ ਵਿੱਚ ਪਾਣੀ, ਹਵਾ ਵਿੱਚ ਹਵਾ,
ਅੱਗ ਵਿੱਚ ਅੱਗ। ਇਸ ਤਰ੍ਹਾਂ ਤੱਤ ਜਿਹੜੇ ਸਨ, ਤੱਤਾਂ ਵਿੱਚ ਹੀ ਆਪਣੇ ਆਪ ਨੂੰ ਉਹਨਾਂ ਨੇ ਅਲੋਪ ਕਰ ਲਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਦੀਆ ਬੁਝਾਈ ਰਾਮ। ਜਿਹੜੇ ਗੁਰੂ ਨੇ ਨਾ ਭਾਈ, ਉਹ ਰਾਮ ਦਾ ਹੀ ਰੂਪ ਨੇ। ਗੁਰੂ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੈ। ਜੋ ਪਰਮੇਸ਼ਰ ਕਰ ਸਕਦਾ ਉਹ ਗੁਰੂ ਕਰ ਸਕਦਾ ਹੈ। ਜੇ ਪਰਮੇਸ਼ਰ ਹਰੇਕ ਤੱਤ ਵਿੱਚ ਹੈ, ਹਰੇਕ ਕਣ ਵਿੱਚ ਹੈ, ਹਰੇਕ ਜਗ੍ਹਾ 'ਤੇ ਹੈ, ਤੇ ਗੁਰੂ ਵੀ ਐਸਾ ਸਮਰੱਥ ਹੈ, ਜਦੋਂ ਲੋੜ ਪੈਂਦੀ ਹੈ ਆਪਣੇ ਆਪ ਨੂੰ ਹਰੇਕ ਤੱਤ ਵਿੱਚ ਗੁਰੂ ਵੰਡ ਸਕਦਾ ਹੈ। ਜੇ ਲੋੜ ਪੈਂਦੀ ਹੈ ਤੇ ਗੁਰੂ ਪਹੁੰਚ ਕੇ ਸਿੱਖ ਦੀ ਹਰੇਕ ਥਾਂ 'ਤੇ ਮਦਦ ਵੀ ਕਰ ਸਕਦਾ ਹੈ। ਕਿੰਨੀਆਂ ਸਾਖੀਆਂ ਨੇ ਗੁਰੂ ਪਾਤਸ਼ਾਹ ਦੇ ਜੀਵਨ ਦੀਆਂ, ਜਿਹੜੀਆਂ ਆਪਾਂ ਸਰਵਣ ਕਰਦੇ ਹਾਂ, ਜਿੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਮੇਂ-ਸਮੇਂ 'ਤੇ ਪਹੁੰਚ ਕੇ ਮਹਾਰਾਜ ਨੇ ਸਿੱਖਾਂ ਦੀ ਮਦਦ ਵੀ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਗੁਰੂ ਪਾਤਸ਼ਾਹ ਹਨ ਭਾਈ ਰਾਮ ਰੂਪ ਹਨ। ਐਸੇ ਸਤਿਗੁਰਾਂ ਨੇ ਬੁਝਾਈਆ, ਬੁਝਾਈ ਤੋਂ ਭਾਵ ਹੈ ਸੋਝੀ ਦਿੱਤੀ, ਸਾਨੂੰ ਗਿਆਨ ਦਿੱਤਾ। ਕਾਹਦਾ ਗਿਆਨ ਦਿੱਤਾ ਹੈ? ਕਿ ਰਤਨ ਪਦਾਰਥ ਵਣਜੀਐ। ਭਾਈ ਵੈਰਾਗ ਰੂਪੀ ਪਦਾਰਥ ਦਾ ਵਪਾਰ ਕਰ। ਦੁਨੀਆ 'ਤੇ ਵਪਾਰ ਕਰਨਾ ਤੇ ਵੈਰਾਗ ਦਾ ਕਰ, ਕਿਉਂਕਿ ਬਿਨ ਵੈਰਾਗ ਨਾ ਛੂਟਸ ਮਾਇਆ। ਇਹ ਮਾਇਆ ਵੈਰਾਗ ਬਿਨਾ ਨਹੀਂ ਛੁੱਟਣੀ। ਮਾਇਆ ਕੀ ਹੈ? ਸੰਸਾਰ। ਇਹ ਸੰਸਾਰ ਵੈਰਾਗ ਬਿਨਾ ਨਹੀਂ ਛੁੱਟਣਾ। ਇਹ ਉਹਨਾਂ ਦਾ ਛੁੱਟੇਗਾ ਜਾਂ ਛੁੱਟਿਆ ਜਿਨ੍ਹਾਂ ਨੂੰ ਵੈਰਾਗ ਹੋਇਆ ਹੈ। ਇਸ ਕਰਕੇ ਜੇ ਗੁਰੂ ਦੇ ਕੋਲ ਆਇਆ, ਗੁਰੂ ਕੋਲੋਂ ਦੁਨੀਆ ਦਾ ਸੌਦਾ ਨਾ ਮੰਗ ਵੀ ਮਹਾਰਾਜ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ। ਹੱਥ ਕੜੀ ਤੇ ਉੱਥੇ ਹੀ ਪਈ ਹੋਈ ਹੈ, ਰੱਸਾ ਤੇ ਉੱਥੇ ਪਿਆ ਹੋਇਆ, ਪਰ ਰੱਸੇ ਦੇ ਕੋਲ ਤੂੰ ਚੱਲ ਕੇ ਚੱਲਿਆ ਹੈ। ਆਪਾਂ ਪਿੰਜਰਾ ਲਾ ਦਿੰਦੇ ਨਾ ਚੂਹੇ ਨੂੰ ਫੜਨ ਵਾਸਤੇ। ਹੁਣ ਪਿੰਜਰਾ ਚੂਹੇ ਕੋਲ ਚੱਲ ਕੇ ਨਹੀਂ ਗਿਆ, ਚੂਹਾ ਆਪ ਪਿੰਜਰੇ ਕੋਲ ਚੱਲ ਕੇ ਆਇਆ ਆਪਣੇ ਆਪ ਨੂੰ ਬਣਾਉਣ ਵਾਸਤੇ। ਤੇ ਭਾਈ ਪਿਆਰਿਆ, ਹਾਲਤ ਤੇਰੀ ਵੀ ਕੁਝ ਐਸੀ ਹੈ। ਪਦਾਰਥ ਤੈਨੂੰ ਬੰਨ੍ਹਣ ਨਹੀਂ ਗਿਆ, ਤੂੰ ਪਦਾਰਥ ਕੋਲ ਆਪਣੇ ਆਪ ਆਇਆ ਵੀ ਲੈ ਮੈਨੂੰ ਬੰਨ੍ਹ ਲੈ। ਤੇ ਫਿਰ ਮੰਗਦਾ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ। ਜਿਵੇਂ ਜਿਵੇਂ ਦੁਨੀਆ ਦੇ ਪਦਾਰਥ ਮੰਗਦਾ, ਉਵੇਂ ਉਵੇਂ ਆਪਣੇ ਆਪ ਨੂੰ ਬਣਾ ਲੈਂਦਾ ਹੈ। ਤੇ ਛੁੱਟਣਾ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵੈਰਾਗ ਧਾਰਨ ਕਰੇਗਾ ਛੁੱਟੇਗਾ ਤਾਂ। ਵੈਰਾਗ ਤੋਂ ਬਿਨਾਂ ਛੁੱਟਿਆ ਨਹੀਂ ਜਾਣਾ, ਵੈਰਾਗ ਹੋਵੇਗਾ ਤਾਂ ਛੁੱਟਿਆ ਜਾਣਾ। ਇਸ ਕਰਕੇ ਜੇ ਗੁਰੂ ਦੇ ਕੋਲ ਆਇਆ ਤੇ ਗੁਰੂ ਦੇ ਕੋਲ ਆ ਕੇ ਇਹ ਤਰਲਾ ਕਰ, ਮਹਾਰਾਜ ਰਤਨ ਪਦਾਰਥ ਵੰਡੀ ਹੈ, ਮੈਨੂੰ ਵੈਰਾਗ ਦੇ ਪਦਾਰਥ ਦਾ ਵਪਾਰ ਦੇ। ਮੇਰੀ ਝੋਲੀ ਵਿੱਚ ਵੈਰਾਗ ਦਾ ਪਦਾਰਥ ਪਾ। ਇਹ ਗੁਰੂ ਕੋਲੋਂ ਆ ਕੇ ਪੁੱਛ, ਇਹ ਗੁਰੂ ਕੋਲੋਂ ਆ ਕੇ ਸਮਝ ਵੀ ਮੈਂ ਵੈਰਾਗ ਲੈਣਾ ਹੈ। ਤੇ ਸਤਿਗੁਰਾਂ ਨੇ ਸਾਡੇ ਤੇ ਬੜੀ ਰਹਿਮ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ। ਸਵਈਏ ਨਾਮ ਦੀ ਬਾਣੀ ਪੜ੍ਹਦੇ ਹੋ ਨਾ ਅੰਮ੍ਰਿਤ ਵੇਲੇ, ਵੈਰਾਗ ਹੀ ਵੈਰਾਗ ਉਹਦੇ ਵਿੱਚ ਭਰਿਆ ਹੋਇਆ। ਤੇ ਸਤਿਗੁਰਾਂ ਨੇ ਬਚਨ ਕੀਤੇ ਨਾ, ਮਾਤੇ ਮਤੰਗ ਦਰੇ ਦਰ ਸੰਗ ਨੂਪੂ ਤੰਗ ਸੁਰੰਗ ਸੁਵਾਰੇ ਕੂੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਜਾਉਣ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭੈ ਤੋ ਕਹਾਂ ਭੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਗੁਰਬਾਣੀ ਦਾ ਬਚਨ ਹੈ, ਜਿਨ੍ਹਾਂ ਦੇ ਹਾਥੀ ਬੜੀਆਂ ਬੜੀਆਂ ਮਸਤ ਚਾਲਾਂ ਚੱਲਦੇ ਸਨ, ਜਿਨ੍ਹਾਂ ਦੇ ਘੋੜੇ ਹਵਾ ਨੂੰ ਪਿੱਛੇ ਕਰਦੇ ਸਨ ਤੇ ਆਪ ਹਵਾ ਨਾਲੋਂ ਵੀ ਤੇਜ਼ ਦੌੜਦੇ ਸਨ, ਜਿਹੜੇ ਬੜੇ ਬੜੇ ਸੁੰਦਰ ਤਾਈਆਂ ਵਾਲੇ, ਜਿਨ੍ਹਾਂ ਦੇ ਅੱਗੇ ਬੜੀਆਂ ਬੜੀਆਂ ਫੌਜਾਂ ਸਲਾਮੀ ਦਿੰਦੀਆਂ ਸਨ। ਤੇ ਪਾਤਸ਼ਾਹ ਕਹਿਣ ਲੱਗੇ, ਉਹ ਬੰਦਿਆ ਸਮਝ, ਜਦੋਂ ਉਹ ਬੰਦੇ ਦੁਨੀਆ ਤੋਂ ਗਏ ਜਿਨ੍ਹਾਂ ਦੇ ਹਾਥੀ ਮਸਤ ਚਾਲਾਂ ਤੇ ਘੋੜੇ ਹਵਾ ਨੂੰ ਪਿੱਛੇ ਕਰਦੇ ਸਨ, ਲੱਖਾਂ ਬੰਦੇ ਸਲਾਮੀ ਦੇਣ ਵਾਸਤੇ ਖਲੋਤੇ ਸਨ, ਬੜੇ ਬੜੇ ਵੱਡੇ ਰਾਜ ਜਿਨ੍ਹਾਂ ਨੇ ਕਮਾਏ, ਪਰ ਜਦੋਂ ਦੁਨੀਆ ਤੋਂ ਗਏ ਨੰਗੇ ਪੈਰੀ ਗਏ। ਜੋੜਾ ਵੀ ਪਾਉਣਾ ਨਸੀਬ ਨਹੀਂ ਹੋਇਆ। ਕਦੇ ਵੇਖਿਆ ਮੁਰਦੇ ਦੇ ਪੈਰਾਂ ਵਿੱਚ ਜੋੜਾ ਪਾਇਆ ਹੋਵੇ? ਕਦੇ ਵੇਖਿਆ ਵੀ ਮੁਰਦੇ ਦੇ ਹੱਥ ਵਿੱਚ ਮਾਇਆ ਦੇ ਨੋਟ ਫੜੇ ਹੋਣ, ਦੱਥੀ ਫੜੀ ਹੋਈ ਹੈ ਵੀ ਮੈਂ ਚੱਲਿਆ ਸਿਵਿਆਂ ਨੂੰ ਤੇ ਆਹ ਵੇਖੋ ਮਾਇਆ ਕਮਾ ਕੇ ਨਾਲ ਲੈ ਗਿਆ? ਕਦੇ ਵੇਖਿਆ ਕਿ ਮੁਰਦੇ ਦੇ ਪਾਇਆ ਹੋਇਆ ਖੱਫਣ ਤੇ ਉਹ ਖੱਫਣ ਨੂੰ ਖੀਸਾ ਲੱਗਾ, ਜੇਬ ਲੱਗੀ ਹੋਵੇ ਵੀ ਇਹ ਜੋ ਕੁਝ ਕਮਾਇਆ ਨਾਲ ਲੈ ਕੇ ਚੱਲਿਆ? ਨਹੀਂ। ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕਿੰਨੇ ਹੀਰੇ ਮੋਤੀ ਸੋਨੇ ਚਾਂਦੀ ਦੇ ਖਜ਼ਾਨੇ ਭਰੇ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਉਹ ਅੰਤ ਵੇਲੇ ਜਦੋਂ ਦੁਨੀਆ ਨੂੰ ਛੱਡ ਕੇ ਤੁਰੇ, ਨੰਗੇ ਪੈਰੀ ਗਏ। ਇਹ ਹੈ ਬੈਰਾਗ, ਜੋ ਸਤਿਗੁਰਾਂ ਨੇ ਸਾਨੂੰ ਸਵੇਰੇ ਹੀ ਸਮਝਾ ਦਿੱਤਾ ਬਾਣੀ ਪੜ੍ਹਦੇ।
ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਦੇ ਕੋਲ ਆਉਣਾ ਇਹ ਤਰਲਾ ਕਰ ਵੀ ਵੈਰਾਗ ਦੀ ਮਹਾਰਾਜ ਖੈਰ ਪਾਓ, ਮੈਨੂੰ ਇਹ ਸਮਝ ਆ ਜਾਵੇ, ਮੈਨੂੰ ਸੋਝੀ ਆ ਜਾਵੇ, ਜਿਹੜੇ ਪਦਾਰਥਾਂ ਨੂੰ ਮੈਂ ਤੇਰੇ ਕੋਲੋਂ ਮੰਗਦਾ ਪਿਆ ਹਾਂ ਇਹ ਪਦਾਰਥ ਉਹ ਨੇ ਜਿਹੜੇ ਮੈਨੂੰ ਬੰਨਣ ਵਾਲੇ ਨੇ। ਚੂਹਾ ਪਿੰਜਰੇ ਦੇ ਕੋਲ ਗਿਆ, ਮਨ ਵਿੱਚ ਤੇ ਸੋਚਦਾ ਵੀ ਭੁੱਖ ਲੱਗੀ ਹੈ ਤੇ ਇੱਥੋਂ ਮੈਨੂੰ ਕੁਝ ਖਾਣ ਨੂੰ ਮਿਲੇਗਾ, ਪਰ ਵਿਚਾਰਾ ਭੁੱਲ ਗਿਆ ਵੀ ਇਸ ਪਿੰਜਰੇ ਨੇ ਮੈਨੂੰ ਬੰਨ੍ਹ ਲੈਣਾ ਹੈ। ਸਾਨੂੰ ਵੀ ਉਹਦੇ ਵਾਂਗ ਭੁੱਖ ਲੱਗਦੀ ਹੈ, ਅਸੀਂ ਪਦਾਰਥ ਵੱਲ ਨੂੰ ਦੌੜਦੇ ਹਾਂ ਵੀ ਸ਼ਾਇਦ ਇਹ ਪਦਾਰਥ ਮਿਲੇਗਾ ਤੇ ਸੁੱਖ ਮਿਲ ਜਾਏਗਾ, ਪਰ ਪਾਤਸ਼ਾਹ ਕਹਿੰਦੇ ਨਹੀਂ, ਜਿਹੜੇ ਪਦਾਰਥ ਵੱਲ ਤੂੰ ਭੱਜਾ ਜਾਂਦਾ ਉਹਨੇ ਤੈਨੂੰ ਬੰਨ੍ਹ ਲੈਣਾ ਹੈ, ਤੈਨੂੰ ਛੁੱਟਣ ਨਹੀਂ ਉਹਨੇ ਦੇਣਾ। ਗੁਰੂ ਦੇ ਕੋਲ ਆ, ਗੁਰੂ ਕੋਲੋਂ ਵੈਰਾਗ ਮੰਗ, ਤੇ ਵੈਰਾਗ ਇਹ ਹੈ ਕਿ ਧਨ ਪਦਾਰਥ ਜਿਨ੍ਹਾਂ ਕੋਲ ਬੜਾ ਬੜਾ ਸੀ ਨੰਗੇ ਹੀ ਗਏ, ਤੇ ਤੂੰ ਵੀ ਨੰਗਾ ਹੀ ਦੁਨੀਆ ਤੋਂ ਜਾਣਾ ਹੈ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਨਾ, ਗੁਰਬਾਣੀ ਦਾ ਬਚਨ ਹੈ। ਇਸ ਕਰਕੇ ਗੁਰੂ ਦੇ ਕੋਲੋਂ ਵੈਰਾਗ ਦਾ ਸੌਦਾ ਮੰਗ, ਵਪਾਰ ਮੰਗ, ਵੀ ਮੇਰੇ ਮਨ ਵਿੱਚ ਵੈਰਾਗ ਆ ਜਾਵੇ, ਸਮਝ ਆ ਜਾਵੇ ਦੁਨੀਆ ਤੋਂ ਕੁਝ ਨਹੀਂ ਲੈ ਕੇ ਜਾਣਾ, ਤਾਂ ਕਿ ਮੈਂ ਤੇਰੇ ਨਾਮ ਦਾ ਜਪਨ ਕਰ ਸਕਾਂ। ਫਿਰ ਬਖਸ਼ਿਸ਼ ਕਰਦੇ ਹਨ। ਰਤਨ ਪਦਾਰਥ ਵਣਜੀਐ ਸਤਿਗੁਰ ਦਿਆ ਬੁਝਾਈ ਰਾਮ। ਗੁਰਾਂ ਨੇ ਸੋਝੀ ਬਖਸ਼ੀ ਹੈ ਨਾ, ਤੇ ਉਹ ਰਤਨ ਕੀ ਹੈ? ਪਰਮਾਤਮਾ ਦਾ ਨਾਮ। ਫਿਰ ਨਾਮ ਦਾ ਵਪਾਰ ਕਰਦੇ ਨੇ, ਨਾਮ ਜਪ ਕੇ ਤੇ ਉਹਨਾਂ ਨੇ ਇਹ ਵਪਾਰ ਕੀਤਾ। ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਗੋਬਿੰਦ ਦੇ ਨਾਮ ਨੂੰ ਕਹਿ ਕੇ ਜਪ ਕੇ ਉਹਨਾਂ ਦੀ ਜ਼ੁਬਾਨ ਸੁੱਚੀ ਹੋ ਗਈ। ਦੁਨੀਆ ਤੇ ਆਇਆ ਹੈ ਤੇ ਗੁਰੂ ਦੇ ਕੋਲ ਆਇਆ ਮੰਗਣ ਵਾਸਤੇ, ਵਪਾਰ ਵਾਸਤੇ। ਗੁਰੂ ਅੱਗੇ ਤਰਲਾ ਕਰ, ਮਹਾਰਾਜ ਨਾਮ ਦਾ ਪਦਾਰਥ ਦਿਓ, ਮੈਂ ਨਾਮ ਦੇ ਪਦਾਰਥ ਦਾ ਵਪਾਰ ਕਰਾਂ, ਕਿਉਂਕਿ ਨਾਮ ਦੇ ਪਦਾਰਥ ਨੇ ਮੈਨੂੰ ਸੰਸਾਰ ਤੋਂ ਪਾਰ ਕਰਨਾ ਹੈ। ਇਹ ਸੋਝੀ ਜਿਹੜੀ ਹੈ, ਇਹ ਗਿਆਨ ਜਿਹੜਾ ਗੁਰੂ ਨੇ ਦੇਣਾ। ਕਿਹੜੇ ਗੁਰੂ ਨੇ? ਜਿਹੜਾ ਗੁਰੂ ਆਪ ਰਾਮ ਦਾ ਰੂਪ ਹੈ, ਤੇ ਜਿਹੜਾ ਗੁਰੂ ਆਪ ਹੀ ਪਖੰਡੀ ਹੈ, ਆਪ ਮਾਇਆ ਨੂੰ ਇਕੱਠੇ ਕਰਨ ਵਿੱਚ ਲੱਗਾ, ਆਪ ਲੋਭ ਵਿੱਚ ਪਿਆ, ਆਪ ਲਾਲਚ ਵਿੱਚ ਪਿਆ। ਉਸ ਗੁਰੂ ਦੇ ਕੋਲੋਂ ਕੀ ਉਪਦੇਸ਼ ਲਵੇਂਗਾ? ਉਹਨੇ ਤੇ ਕਹਿਣਾ ਵੀ ਮੇਰੀ ਜੇਬ ਭਰ, ਪਹਿਲਾਂ ਆਪਣੀ ਭਰ, ਫਿਰ ਮੇਰੀ ਵੀ ਭਰ। ਉਹਨੇ ਇਹ ਸੋਚਣਾ ਵੀ ਸ਼ਰਧਾਲੂ ਅਮੀਰ ਹੋਣਾ ਚਾਹੀਦਾ, ਜਿੰਨਾ ਇਹਦਾ ਖੀਸਾ ਭਾਰਾ ਹੋਵੇਗਾ ਉਹਨਾਂ ਵੱਧ ਮੈਨੂੰ ਦਾਨ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਭਾਈ ਪਿਆਰਿਆ, ਗੁਰੂ ਅਧੂਰਾ ਨਹੀਂ ਹੋਣਾ ਚਾਹੀਦਾ। ਅਧੂਰੇ ਗੁਰੂ ਨੇ ਤੈਨੂੰ ਲੁੱਟਣ ਦਾ ਯਤਨ ਕਰਨਾ। ਗੁਰੂ ਪੂਰਾ ਹੋਣਾ ਚਾਹੀਦਾ, ਜਿਸ ਗੁਰੂ ਦੇ ਉਪਦੇਸ਼ ਦੇ ਨਾਲ ਤੇਰਾ ਭਲਾ ਹੋਣਾ ਹੈ। ਐਸੇ ਗੁਰੂ ਦੇ ਕੋਲੋਂ, ਰਾਮ ਰੂਪ ਗੁਰੂ ਦੇ ਕੋਲੋਂ ਜਾ ਕੇ ਨਾਮ ਦਾ ਸੌਦਾ ਮੰਗ, ਨਾਮ ਦਾ ਵਪਾਰ ਕਰਨਾ ਕਰ। ਲਾਹਾ ਲਾਭ ਹਰ ਭਗਤ ਹੈ, ਗੁਣ ਮੈਂ ਗੁਣੀ ਸਮਾਈ ਰਾਮ। ਲਾਹਾ ਲੈਣਾ ਚਾਹਣਾ ਨਾ, ਲਾਭ ਲੈਣਾ ਚਾਹਣਾ ਹੈ ਤੇ ਰੱਬ ਦੀ ਭਗਤੀ ਦਾ ਲਾਭ ਲੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਲਾਭਾਂ ਦੇ ਵਿੱਚੋਂ ਲਾਭ, ਲਾਹਿਆਂ ਦੇ ਵਿੱਚੋਂ ਲਾਹਾ, ਸਭ ਤੋਂ ਸ੍ਰੇਸ਼ਟ ਲਾਹਾ ਇਹ ਹੈ ਕਿ ਪਰਮੇਸ਼ਰ ਦੀ ਬੰਦਗੀ ਦਾ। ਜੇ ਲਾਭ ਲੈਣ ਆਇਆ ਨਾ ਦੁਨੀਆ ਵਿੱਚ, ਤੇ ਫਿਰ ਲਾਭ ਤੇ ਪਰਮਾਤਮਾ ਦੇ ਨਾਮ ਦਾ ਹੀ ਹੈ। ਲਾਹਾ ਲਾਭ ਹਰ ਭਗਤ ਹੈ, ਰੱਬ ਦੀ ਭਗਤੀ, ਪਰਮੇਸ਼ਰ ਦੀ ਭਗਤੀ ਕਰਨੀ, ਇਹ ਹੈ ਸਾਰਿਆਂ ਲਾਭ ਦੇ ਵਿੱਚੋਂ ਲਾਭ। ਸਾਰਿਆਂ ਤੋਂ ਮੋਟੀ ਕਮਾਈ, ਸਾਰਿਆਂ ਤੋਂ ਚੰਗਾ ਕਰਮ ਕਿਹੜਾ? ਪਰਮਾਤਮਾ ਦੀ ਬੰਦਗੀ ਦਾ, ਭਗਤੀ ਦਾ। ਇਹ ਕਰ ਗੁਣ ਮਹਿ, ਫਿਰ ਤੇਰੇ ਵਿੱਚ ਗੁਣ ਆ ਜਾਣਗੇ। ਜਦੋਂ ਭਗਤੀ ਕਰੇਂਗਾ ਗੁਣ ਆ ਜਾਣਗੇ, ਤੇ ਜਦੋਂ ਗੁਣ ਆ ਜਾਣਗੇ ਫਿਰ ਗੁਣੀ ਸਮਾਈ ਰਾਮ। ਫਿਰ ਜਿਹੜਾ ਗੁਣੀ ਪਰਮਾਤਮਾ ਨਾ ਉਹਦੇ ਵਿੱਚ ਸਮਾ ਜਾਏਗਾ, ਲੀਨ ਹੋ ਜਾਏਗਾ। ਕਿਉਂਕਿ ਜਿੰਨਾ ਚਿਰ ਉਹਦੇ ਬਰਾਬਰ ਨਹੀਂ ਪਹੁੰਚਦਾ, ਉਹਦੇ ਵਰਗਾ ਨਹੀਂ ਬਣਦਾ, ਉਹਨਾਂ ਚਿਰ ਸਮਾ ਨਹੀਂ ਨਾ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਜਦੋਂ ਗੁਣਾਂ ਵਾਲਾ ਹੋਵੇਗਾ, ਸ਼ੁਭ ਗੁਣ ਧਾਰਨ ਕਰ ਲਵੇਂਗਾ, ਫਿਰ ਗੁਣੀ ਸਮਾਈ, ਫਿਰ ਗੁਣੀ ਪਰਮਾਤਮਾ ਵਿੱਚ ਸਮਾ ਜਾਏਗਾ, ਲੀਨ ਹੋ ਜਾਵੇਗਾ। ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ, ਲਾਹਾ ਭਗਤ ਸਹਿ ਸਾਰੇ। ਜਿਨ੍ਹਾਂ ਨੇ ਗੁਣ ਮਹਿ, ਆਪਣੇ ਆਪ ਦੇ ਵਿੱਚ ਗੁਣ ਜਿਨ੍ਹਾਂ ਨੇ ਧਾਰਨ ਕੀਤੇ ਨੇ, ਉਹ ਗੁਣੀ ਪਰਮਾਤਮਾ ਵਿੱਚ ਸਮਾਏ ਨੇ। ਇਸ ਵਾਸਤੇ, ਇਸ ਲਈ ਕਿਉਂਕਿ ਸੰਸਾਰ ਵਿੱਚ ਉਹਨਾਂ ਨੂੰ ਸੋਝੀ ਆ ਗਈ ਹੈ, ਗੁਰੂ ਨੇ ਸਮਝਾ ਦਿੱਤਾ ਹੈ ਉਹਨਾਂ ਨੂੰ ਇਹ ਬਚਨ। ਇਸ ਕਰਕੇ ਉਹਨਾਂ ਨੇ ਭਗਤੀ ਦਾ ਲਾਹਾ ਸੰਸਾਰ ਵਿੱਚ ਲਿਆ।
ਭਗਤੀ ਦੇ ਲਾਹੇ ਨੂੰ ਲੈ ਕੇ ਉਹ ਗੁਰਮੁਖ ਜਿਹੜੇ ਗੁਰੂ ਵਿੱਚ ਸਮਾ ਜਾਂਦੇ ਹਨ। ਬਿਨ ਭਗਤੀ ਸੁਖ ਨ ਹੋਈ, ਦੂਜੇ ਪਤ ਖੋਈ, ਗੁਰਮਤਿ ਨਾਮ ਆਧਾਰੇ। ਗੁਰੂ ਪਾਤਸ਼ਾਹ ਫਰਮਾਉਂਦੇ ਭਾਈ ਬਿਨ ਭਗਤੀ ਸੁਖ ਨਾ ਹੋਈ। ਇਹ ਬਚਨ ਪੱਲੇ ਬੰਨਣ ਵਾਲਾ ਹੈ। ਦੁਨੀਆ ਵਿੱਚ ਸੁਖ ਲੱਭਣ ਵਾਸਤੇ, ਸੁਖ ਪਾਉਣ ਵਾਸਤੇ ਮਨੁੱਖ ਬੜੇ ਯਤਨ ਕਰਦਾ, ਬੜੀ ਭੱਜ ਦੌੜ ਕਰਦਾ। ਕੋਈ ਪੜ੍ਹਾਈ ਕਰਦਾ, ਕੋਈ ਕੋਰਸ ਕਰਦਾ, ਕੋਈ ਦੇਸ਼ ਜਾਂਦਾ, ਕੋਈ ਵਿਦੇਸ਼ ਜਾਂਦਾ। ਸਾਰੇ ਯਤਨ ਕੀਤੇ ਜਾਂਦੇ, ਪਰ ਕਾਹਦੇ ਵਾਸਤੇ? ਸੁਖ ਮਿਲੇ। ਤੇ ਮਹਾਰਾਜ ਨੇ ਬੜਾ ਵੱਡਾ ਬਚਨ ਪੱਲੇ ਪਾਇਆ, ਕਹਿਣ ਲੱਗੇ ਬਿਨ ਭਗਤੀ ਸੁਖ ਨਾ ਹੋਈ। ਇਹ ਬਚਨ ਪੱਲੇ ਬੰਨ ਲਾ ਵੀ ਰੱਬ ਦੀ ਭਗਤੀ ਬਿਨਾ ਸੁਖ ਮਿਲਣਾ ਹੀ ਨਹੀਂ। ਭਾਵੇਂ ਵਿਦੇਸ਼ ਚਲੇ ਜਾ, ਕਿ ਉੱਥੇ ਲੋਕ ਆਤਮ ਹੱਤਿਆ ਨਹੀਂ ਕਰਦੇ। ਜੇ ਸੁਖ ਹੋਵੇ ਤੇ ਉੱਥੇ ਲੋਕ ਕਿਉਂ ਮਰਦੇ ਨੇ, ਕਿਉਂ ਆਤਮ ਹੱਤਿਆ ਕਰਦੇ ਨੇ? ਜੇ ਅਸੀਂ ਇੱਥੇ ਬੈਠੇ ਹਾਂ, ਇੱਥੇ ਤੰਗ ਹਾਂ, ਦੁਖੀ ਹਾਂ, ਜੇ ਅਸੀਂ ਦੂਰ ਜਾਂਦੇ ਹਾਂ, ਵਿਦੇਸ਼ ਜਾਂਦੇ ਹਾਂ, ਉੱਥੇ ਵੀ ਤੰਗ ਤੇ ਦੁਖੀ ਹਾਂ। ਜੇ ਅਸੀਂ ਬਹੁਤਾ ਧਨ ਕਮਾਇਆ ਹੋਇਆ, ਬਹੁਤੇ ਧਨ ਕਮਾਉਣ ਵਾਲੇ ਵੀ ਦੁਖੀ ਨੇ, ਬਹੁਤੀ ਮਾਇਆ ਵਾਲੇ ਵੀ ਦੁਖੀ ਨੇ। ਜੇ ਕੋਈ ਮੰਗਤਾ ਬੈਠਾ ਮੰਗਦਾ ਪਿਆ ਤੇ ਉਹ ਵੀ ਦੁਖੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਿਨ ਭਗਤੀ ਸੁਖ ਨਾ ਹੋਈ। ਗੱਲ ਇਹ ਆ ਵੀ ਅਮੀਰ ਦੇ ਕੋਲ ਭਗਤੀ ਨਹੀਂ ਹੈ, ਮੰਗਤੇ ਕੋਲ ਭਗਤੀ ਨਹੀਂ ਹੈ। ਇਸ ਦੇਸ਼ ਵਿੱਚ ਰਹਿਣ ਵਾਲਾ ਉਹਦੇ ਕੋਲ ਭਗਤੀ ਨਹੀਂ ਹੈ। ਜਿਹੜਾ ਵਿਦੇਸ਼ ਵਿੱਚ ਜਾਣ ਵਾਲਾ ਜਾਂ ਵਿਦੇਸ਼ ਵਿੱਚ ਬੈਠਾ, ਭਗਤੀ ਉਹਦੇ ਕੋਲ ਵੀ ਨਹੀਂ ਹੈ। ਨਾ ਭਗਤੀ ਹੋਣ ਕਰਕੇ ਭਾਵੇਂ ਇੱਥੇ ਹੈ ਤੇ ਭਾਵੇਂ ਬਾਹਰ ਹੈ, ਭਾਵੇਂ ਗਰੀਬ ਹੈ ਤੇ ਭਾਵੇਂ ਅਮੀਰ ਹੈ, ਸਾਰੇ ਦੁਖੀ ਹੋਏ ਬੈਠੇ। ਬਿਨ ਭਗਤੀ ਸੁਖ ਨਾ ਹੋਵੇ। ਭਗਤੀ ਕੀਤੇ ਬਿਨਾ, ਨਾਮ ਜਪੇ ਬਿਨਾ ਸੁਖ ਨਹੀਂ ਜੇ ਮਿਲਣਾ। ਤੇ ਸਤਿਗੁਰਾਂ ਦਾ ਬਚਨ ਹੈ, ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸ਼ੀਸ਼ਾਰ ਜਾਣੈ ਕੋਇ ਜਨ। ਸਾਰਾ ਸੰਸਾਰ ਚੱਕਰ ਲਾ ਕੇ ਵੇਖ ਲਿਆ, ਸਮਝ ਆ ਗਈ ਹੈ ਨਾਮ ਬਿਨਾ ਸੁਖ ਨਹੀਂ। ਪਰ ਤਨ ਧਨ, ਤਨ ਸਰੀਰ ਤੇ ਧਨ ਮਾਇਆ ਪਦਾਰਥ, ਹੋਸੀ ਸ਼ਾਰ, ਇਹ ਸਾਰੇ ਸ਼ਾਰ ਸਵਾਹ ਹੋ ਜਾਣਗੇ। ਸ਼ਾਰ ਕੀਏ ਲੁਪਤ ਹੋ ਜਾਣਗੇ, ਗਾਇਬ ਹੋ ਜਾਣਗੇ, ਚਲੇ ਜਾਣਗੇ, ਮੁੱਕ ਜਾਣਗੇ, ਖਤਮ ਹੋ ਜਾਣਗੇ। ਪਰ ਜਾਣੈ ਕੋਏ ਜਨ, ਇਸ ਗੱਲ ਨੂੰ ਕੋਈ ਵਿਰਲਾ ਜਾਣਦਾ, ਸਾਰੇ ਨਹੀਂ ਜਾਣ ਪਾਉਣਗੇ। ਸਾਰਿਆਂ ਨੂੰ ਸਮਝ ਨਹੀਂ ਆਈ ਹੈ। ਕਿਸੇ ਵਿਰਲੇ ਗੁਰਮੁਖ ਨੂੰ, ਭਗਤ ਨੂੰ ਇਸ ਗੱਲ ਦੀ ਸਮਝ ਆਈ ਹੈ ਵੀ ਤਨ ਨੇ ਸਵਾਹ ਹੋ ਜਾਣਾ। ਜਿਹੜਾ ਧਨ ਕਮਾਈ ਬੈਠਾ ਇਹਨੇ ਵੀ ਸਵਾਹ ਹੋ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ ਬਿਨ ਭਗਤੀ ਸੁਖ ਨਾ ਹੋਈ, ਦੂਜੈ ਪਤ ਖੋਈ। ਦਵੈਤ ਵਿੱਚ ਲੱਗੇਗਾ ਨਾ, ਈਰਖਾ ਵਿੱਚ ਲੱਗੇਗਾ ਤੇ ਇੱਜ਼ਤ ਜਾਣੀ ਜਾਣੀ ਹੈ। ਦਵੈਤ ਵਿੱਚ ਲੱਗਣ ਕਰਕੇ ਇੱਜ਼ਤ ਖਰਾਬ ਹੁੰਦੀ ਹੈ, ਇੱਜ਼ਤ ਜਾਂਦੀ ਹੈ। ਗੁਰਮਤਿ ਨਾਮ ਆਧਾਰੇ, ਪਰ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਦਾ ਆਸਰਾ ਲਿਆ, ਉਹਨਾਂ ਨੇ ਇੱਜ਼ਤ ਨੂੰ ਪ੍ਰਾਪਤ ਕੀਤਾ ਹੈ। ਵਖਰ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਪਾਰ ਲਾਏ। ਸਤਿਗੁਰੂ ਫਰਮਾਉਂਦੇ ਵਖਰ ਨਾਮ ਸੌਦੇ ਦਾ ਹੈ। ਕਹਿਣ ਲੱਗੇ ਭਾਈ ਜਿਨ੍ਹਾਂ ਨੇ ਨਾਮ ਦਾ ਸੌਦਾ ਕੀਤਾ ਹੈ ਨਾ, ਉਹਨਾਂ ਨੂੰ ਸਦਾ ਲਾਭ ਹੈ। ਕਦੇ ਨਾਮ ਜਪਣ ਵਾਲੇ ਨੇ ਆਖਿਆ ਮੈਨੂੰ ਬੜਾ ਘਾਟਾ ਪੈ ਗਿਆ। ਦੁਨੀਆ ਤੇ ਕੋਈ ਕੰਮ ਕਰਕੇ ਵੇਖ ਲਓ, ਉਹਦੇ ਦੋ ਪਹਿਲੂ ਨੇ, ਇੱਕ ਹੈ ਨਫਾ, ਇੱਕ ਹੈ ਨੁਕਸਾਨ, ਇੱਕ ਹੈ ਲਾਭ, ਇੱਕ ਹੈ ਘਾਟਾ, ਦੁੱਖ ਹੈ, ਸੁੱਖ ਹੈ। ਪਰ ਦੁਨੀਆ ਵਿੱਚ ਨਾਮ ਇੱਕ ਇਹੋ ਜਿਹੀ ਚੀਜ਼ ਹੈ, ਇਹਦਾ ਦੂਜਾ ਪੱਖ ਹੀ ਕੋਈ ਨਹੀਂ। ਨਾਮ ਜਪਿਆਂ ਸੁੱਖ ਮਿਲਣਾ ਹੀ ਮਿਲਣਾ ਹੈ। ਪਾਤਸ਼ਾਹ ਕਹਿਣ ਲੱਗੇ ਵਖਰ ਨਾਮ ਸਦਾ ਲਾਭ ਹੈ। ਜਿਨ੍ਹਾਂ ਨੇ ਨਾਮ ਦਾ ਸੌਦਾ ਕੀਤਾ ਉਹਨਾਂ ਨੂੰ ਲਾਭ ਮਿਲਿਆ। ਉਹਨਾਂ ਨੇ ਇਹ ਨਹੀਂ ਆਖਿਆ ਨਾਮ ਜਪ ਕੇ ਵੀ ਮੈਨੂੰ ਬੜਾ ਘਾਟਾ ਪੈ ਗਿਆ, ਮੈਂ ਤੇ ਬੜਾ ਘਾਟੇ ਦਾ ਸੌਦਾ ਕਰ ਲਿਆ। ਤੇ ਆਪਾਂ ਬਚਨ ਪੜ੍ਹ ਸਕਦੇ ਹਾਂ ਸੰਤਰੇਨ ਮਹਾਤਮਾ ਦੇ। ਸੰਤਰੇਨ ਮਹਾਤਮਾ ਉਹ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਲੰਗਰ ਛਕਾਇਆ। ਭਾਵੇਂ ਕਿ ਇਹਦੇ ਚੇਲੇ ਤੇ ਆਪ ਕਈ ਕਈ ਦਿਨ ਭੁੱਖੇ ਰਹਿੰਦੇ ਨੇ, ਪਰ ਸੰਤਰੇਨ ਨੇ ਇਹ ਨਹੀਂ ਆਖਿਆ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਹਾਰਾਜ ਮੈਨੂੰ ਤੇ ਘਾਟਾ ਪੈ ਗਿਆ ਨਾਮ ਜਪ ਕੇ, ਮੈਂ ਤੇ ਭੁੱਖਾ ਰਹਿੰਦਾ। ਜਾਂ ਅੱਜ ਵੀ ਜਿਹੜੇ ਦੁਨੀਆ ਤੇ ਮਹਾਤਮਾ ਨੇ, ਭਗਤ ਕਬੀਰ ਸਾਹਿਬ ਵਰਗੇ, ਬਾਬਾ ਅਤਰ ਸਿੰਘ ਵਰਗੇ, ਜਿਹੜੇ ਮਸਤੂ ਆਣੇ ਵਾਲੇ ਨੇ, ਇਹਨਾਂ ਗੁਰਮੁਖਾਂ ਨੇ, ਗੁਰਸਿੱਖਾਂ ਨੇ ਜਿਨ੍ਹਾਂ ਨੇ ਨਾਮ ਜਪਿਆ, ਉਹਨਾਂ ਨੇ ਇਹ ਨਹੀਂ ਆਖਿਆ ਵੀ ਸਾਨੂੰ ਘਾਟਾ ਪੈ ਗਿਆ, ਕਿਉਂਕਿ ਨਾਮ ਦਾ ਦੂਜਾ ਪੱਖ ਹੀ ਨਹੀਂ ਹੈ।
ਘਾਟੇ ਵਾਲਾ ਤੇ ਗੱਲ ਹੈ ਹੀ ਨਹੀਂ, ਜਿਹੜੀ ਹੈ ਹੀ ਨਹੀਂ ਹੋ ਕਿਵੇਂ ਸਕਦੀ ਹੈ। ਵਖਰ ਨਾਮ ਸਦਾ ਲਾਭ ਹੈ, ਨਾਮ ਰੂਪੀ ਸੌਦੇ ਵਿੱਚ ਲਾਭ ਹੀ ਲਾਭ ਹੁੰਦਾ, ਘਾਟਾ ਨਹੀਂ ਪੈਂਦਾ। ਪਰ ਜਿਸ ਨੂੰ ਏਤ ਵਪਾਰ ਲਾਏ, ਮਹਾਰਾਜ ਫਿਰ ਸਾਰੇ ਕਿਉਂ ਨਹੀਂ ਇਹ ਵਪਾਰ ਕਰਦੇ ਨਾਮ ਦਾ? ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਸਾਰੇ ਨਹੀਂ ਕਰ ਸਕਦੇ। ਮਹਾਰਾਜ ਕਿਉਂ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਨੂੰ ਏਤ ਵਪਾਰ ਲਾਏ, ਜਿਹਨੂੰ ਆਪ ਲਾਉਂਦਾ ਨਾ ਵੀ ਲੈ ਭਾਈ ਤੂੰ ਨਾਮ ਦਾ ਵਪਾਰ ਕਰ, ਉਹੀ ਜਿਹੜੇ ਨੇ ਇਸ ਨਾਮ ਦੇ ਵਪਾਰ ਵਾਲੇ ਪਾਸੇ ਲੱਗਦੇ ਨੇ, ਉਹਦੇ ਬਿਨਾਂ ਨਹੀਂ ਲੱਗਿਆ ਜਾਂਦਾ ਹੈ। ਰਤਨ ਪਦਾਰਥ ਵੰਡੀਐ ਜਾਂ ਸਤਿਗੁਰ ਦੇ ਬੁਝਾਏ। ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰ ਦੇਣ, ਗਿਆਨ ਬਖਸ਼ਿਸ਼ ਕਰ ਦੇਣ, ਤਾਂ ਵੈਰਾਗ ਰੂਪੀ ਪਦਾਰਥ, ਨਾਮ ਰੂਪੀ ਪਦਾਰਥ ਦਾ ਵਪਾਰ ਹੁੰਦਾ ਹੈ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਪਾਰਾ ਰਾਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਦੁੱਖ ਹੈ, ਖੋਟਾ ਮਾਇਆ ਮੋਹ। ਇਹ ਜਿਹੜਾ ਦੁੱਖਾਂ ਦਾ ਕਾਰਨ ਹੀ ਮਾਇਆ ਦਾ ਮੋਹ ਹੈ। ਜਿਵੇਂ ਜਿਵੇਂ ਬੰਦਾ ਮਾਇਆ ਦੇ ਮੋਹ ਵਿੱਚ ਪੈਂਦਾ ਹੈ, ਉਵੇਂ ਉਵੇਂ ਬੰਦਾ ਦੁਖੀ ਹੁੰਦਾ। ਇਹ ਖੋਟਾ ਸੌਦਾ ਬੰਦਾ ਕਰਦਾ ਪਿਆ, ਘਾਟਾ ਪੈਣ ਵਾਲਾ ਸੌਦਾ ਹੋ ਰਿਹਾ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਬਚਨ ਇਹ ਹੈ ਸਭ ਦੁੱਖ ਹੈ ਮਾਇਆ ਮੋਹ। ਜਿੰਨਾ ਮਾਇਆ ਦਾ ਵੱਧ ਮੋਹ ਕਰਦਾ ਉਨੀ ਹੀ ਇਹ ਮਾਇਆ ਦੁੱਖ ਰੂਪ ਹੈ, ਉਨਾ ਹੀ ਇਹ ਦੁੱਖ ਦੇਣ ਵਾਲੀ ਹੈ। ਬਾਬਾ ਦਾਤੂ ਜੀ ਹੋਏ ਗੁਰੂ ਅੰਗਦ ਸਾਹਿਬ ਜੀਆਂ ਦੇ ਪੁੱਤਰ। ਸ਼ਰੀਕੇ ਦੇ ਲੋਕਾਂ ਨੇ, ਯਾਰਾਂ ਦੋਸਤਾਂ ਮਿੱਤਰਾਂ ਨੇ ਚੁੱਕ ਦਿੱਤਾ, ਚੁੱਕਣਾ ਦਿੱਤੀ ਹੈ। ਦੇਖ ਤੁਹਾਡੇ ਘਰ ਦੀ ਸੇਵਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਚਲੇ ਗਏ ਨੇ, ਉੱਥੇ ਬੜੀ ਸੰਗਤ ਆਉਂਦੀ ਹੈ, ਬੜਾ ਧਨ ਚੜ੍ਹਦਾ। ਪਰ ਬਾਬਾ ਦਾਤੂ ਜੀ ਇਹ ਤੁਹਾਡੇ ਕੋਲ ਆਉਣਾ ਚਾਹੀਦਾ ਸੀ, ਤੁਸੀਂ ਗੁਰੂ ਪੁੱਤਰ ਹੋ, ਤੁਹਾਨੂੰ ਹੋਣਾ ਚਾਹੀਦਾ ਸੀ, ਲੋਕ ਤੁਹਾਨੂੰ ਨਮਸਕਾਰ ਕਰਨ। ਕਿਹਨੂੰ ਵਡਿਆਈ ਨਹੀਂ ਚਾਹੀਦੀ ਹੈ, ਧਨ ਕਿਹਨੂੰ ਨਹੀਂ ਚਾਹੀਦਾ। ਜਦੋਂ ਲੋਕਾਂ ਨੇ ਚੁੱਕਣਾ ਦਿੱਤੀ ਤੇ ਮਨ ਵਿੱਚ ਇਹ ਗੱਲ ਸਹੀ ਮੰਨ ਲਈ ਵੀ ਹਾਂ ਮੇਰੇ ਕੋਲ ਹੀ ਸਭ ਕੁਝ ਹੋਣਾ ਚਾਹੀਦਾ। ਚਲਾ ਗਿਆ ਗੋਇੰਦਵਾਲ, ਧੱਕੇ ਨਾਲ ਜਾ ਕੇ ਬੈਠ ਗਿਆ ਉਸ ਜਗ੍ਹਾ ਤੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਬੈਠਦੇ ਸਨ, ਦੀਵਾਨ ਦੇ ਵਿੱਚ ਬੈਠਦਾ। ਕਾਹਦੇ ਵਾਸਤੇ? ਹੁਣ ਲੋਕ ਮੈਨੂੰ ਨਮਸਕਾਰਾਂ ਕਰਨਗੇ। ਗੁਰੂ ਨੂੰ ਰਾਤੋਂ ਰਾਤ ਕੱਢ ਦਿੱਤਾ ਉੱਥੋਂ ਵੀ ਚਲੇ ਜਾਓ, ਤੁਸੀਂ ਨਹੀਂ ਦਿਸਣੇ ਚਾਹੀਦੇ। ਹੁਣ ਮੈਨੂੰ ਲੋਕ ਨਮਸਕਾਰਾਂ ਕਰਨਗੇ, ਹੁਣ ਲੋਕ ਮੈਨੂੰ ਲਿਆ ਕੇ ਧਨ ਪਦਾਰਥ ਚੜਾਉਣਗੇ। ਪਰ ਸੰਗਤ ਬੜੀ ਸਿਆਣੀ ਹੈ, ਸੰਗਤ ਨੇ ਮੰਨਣਾ ਹੀ ਛੱਡ ਦਿੱਤਾ। ਕੋਈ ਜਿਹੜਾ ਨਵਾਂ ਆਇਆ ਤਾਂ ਉਹ ਵਿਚਾਰਾ ਭਾਵੇਂ ਭੁਲੇਖੇ ਨਾਲ ਕਿਤੇ ਚਲਾ ਗਿਆ ਹੋਵੇ, ਪਰ ਜਿਹੜੇ ਜਾਣਦੇ ਸਨ ਉਹਨਾਂ ਨੇ ਨਹੀਂ ਮੰਨਿਆ। ਤੇ ਗੋਇੰਦਵਾਲ ਦੇ ਵਿੱਚ ਜਿੰਨੀ ਮਾਇਆ ਦੇ ਹੱਥ ਲੱਗੀ ਨਾ, ਸਾਰੀ ਬੋਰਿਆਂ ਵਿੱਚ ਪਾ ਕੇ, ਨਾਲੇ ਤੇ ਸੰਗਤ ਤੋਂ ਲਾਹਣਤਾਂ ਲਈਆਂ, ਸੰਗਤ ਤੋਂ ਬੁਰਾ ਖਵਾਇਆ। ਹੁਣ ਵੇਖਿਆ ਵੀ ਮੇਰੀ ਇੱਥੇ ਦਾਲ ਨਹੀਂ ਗਲਣੀ, ਚਲੋ ਕੋਈ ਗੱਲ ਨਹੀਂ, ਜਿੰਨੀ ਬੋਰਿਆਂ ਵਿੱਚ ਪਾ ਕੇ ਬੈਠਾ ਇੰਨੀ ਮੈਂ ਪਿੰਡ ਲੈ ਜਾਵਾਂ, ਕੁਝ ਨੇ ਕੋਈ ਤੇ ਮਿਲਿਆ ਹੀ ਹੈ ਨਾ। ਤੇ ਜਦੋਂ ਗੋਇੰਦਵਾਲ ਤੋਂ ਚੱਲਿਆ ਨਾ ਖਡੂਰ ਸਾਹਿਬ ਨੂੰ, 7-8 ਕਿਲੋਮੀਟਰ ਦਾ ਹੀ ਫਾਸਲਾ ਹੈ ਆਪਸ ਵਿੱਚ, ਤੇ ਚੱਲ ਪਿਆ ਸ਼ਾਮ ਨੂੰ। ਤੇ ਚਲਦਿਆਂ ਚਲਦਿਆਂ ਰਸਤੇ ਵਿੱਚ ਰਾਤ ਪੈ ਗਈ। ਹੁਣ ਜੰਗਲ ਦਾ ਇਲਾਕਾ ਸੀ ਉਸ ਵੇਲੇ, ਬੀਆਬਾਨ ਉਜਾੜ। ਰਸਤੇ ਵਿੱਚ ਚੋਰ ਪਏ, ਡਾਕੂ ਪੈ ਗਿਆ, ਲੁਟੇਰੇ ਪੈ ਗਏ। ਨਾਲੇ ਤੇ ਉਹਨਾਂ ਨੇ ਕੁੱਟਿਆ ਇਹਨੂੰ, ਤੇ ਨਾਲੇ ਇਹਦੇ ਕੋਲੋਂ ਸਾਰਾ ਧਨ ਵੀ ਉਹਨਾਂ ਨੇ ਖੋਲਿਆ। ਧਨ ਵੀ ਗਵਾ ਬੈਠਾ, ਕੁੱਟ ਵੀ ਖਾ ਲਈ ਹੈ, ਸੰਗਤ ਵਿੱਚ ਅਪਮਾਨਿਤ ਵੀ ਹੋਇਆ, ਬੇਇੱਜ਼ਤ ਵੀ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਮੋਹ ਸਭ ਦੁੱਖ ਹੈ। ਇਹ ਦੁੱਖ ਰੂਪ ਹੈ ਮਾਇਆ ਦਾ ਮੋਹ। ਜਿਨ੍ਹਾਂ ਜਿਨ੍ਹਾਂ ਨੇ ਕੀਤਾ ਨਾ, ਬਾਬੇ ਦਾਤੂ ਨੂੰ ਪੁੱਛੋ ਚੱਲ ਕੇ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਉਹਨੇ ਕੀਤਾ ਮਾਇਆ ਦਾ ਮੋਹ, ਮਾਰ ਵੀ ਖਾਧੀ ਹੈ, ਅਪਮਾਨਿਤ ਵੀ ਹੋਇਆ, ਤੇ ਰਿਹਾ ਵੀ ਕੁਝ ਨਾ ਕੋਲ, ਸਗੋਂ ਸਾਰੀ ਉਮਰ ਸੁੱਤਾ ਨਹੀਂ ਮੰਜੇ ਤੇ, ਮਾਇਆ ਦੇ ਮੋਹ ਵਿੱਚ ਲੱਤ ਤੇ ਮਾਰ ਬੈਠਾ, ਪਰ ਸਾਰੀ ਉਮਰ ਲੱਤ ਦੇ ਵਿੱਚ ਪੀੜ ਰਹੀ। ਰਾਤ ਨੂੰ ਹਾਏ ਹਾਏ ਕਰਦਾ ਲੰਮੇ ਪਿਆ। ਬੜੇ ਬੜੇ ਵੈਦ ਲਿਆਂਦੇ ਗਏ, ਡਾਕਟਰ ਲਿਆਂਦੇ ਗਏ, ਹਕੀਮ ਲਿਆਂਦੇ ਗਏ, ਦਵਾਈ ਬੂਟੀ ਕਰਨ ਵਾਲੇ, ਮੰਤਰ ਪੜ੍ਹਨ ਵਾਲੇ, ਪਰ ਕੋਈ ਵੀ ਇਹਦੀ ਬਿਪਤਾ ਨੂੰ ਦੂਰ ਨਹੀਂ ਕਰ ਸਕਿਆ। ਲੱਤ ਦੀ ਪੀੜ ਦੂਰ ਨਹੀਂ ਹੋਈ, ਰਾਤ ਨੂੰ ਚੈਨ ਨਾਲ ਸੌਂ ਨਹੀਂ ਪਾਉਂਦਾ। ਤੇ ਕਹਿਣ ਲੱਗੇ ਫਿਰ ਇੱਕ ਦਿਨ ਦੁਖੀ ਹੋਏ ਨੇ, ਅਰਦਾਸ ਕੀਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ, ਮਹਾਰਾਜ ਜੀ
ਆਪ ਜੀ ਗੁਰੂ ਹੋ, ਗੁਰੂ ਮੈਂ ਆਪ ਜੀ ਦਾ ਪੁੱਤਰ ਹਾਂ, ਜੇ ਮੇਰੀ ਇਹੋ ਜਿਹੀ ਹਾਲਤ ਹੈ ਤਾਂ ਦੁਨੀਆ ਦਾ ਦੁੱਖ ਕਿਵੇਂ ਕੱਟੇਗਾ। ਕਿਰਪਾ ਕਰਕੇ ਮੇਰੀ ਇਹ ਬਿਪਤਾ ਨੂੰ ਦੂਰ ਕਰੋ। ਤੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਫਿਰ ਬਾਬੇ ਦਾਤੂ ਨੂੰ ਦਰਸ਼ਨ ਦਿੱਤੇ, ਜਾਂ ਕਹਿ ਲਈਏ ਸੁਪਨੇ ਦੇ ਵਿੱਚ ਫੁਰਨਾ ਇਹੋ ਜਿਹਾ ਬਖਸ਼ਿਆ। ਕਹਿਣ ਲੱਗੇ ਦਾਤੂ ਆਪਣੇ ਕੀਤੇ ਕਰਮ ਦੀ ਸਜ਼ਾ ਪਾਉਂਦਾ ਪਿਆ, ਇਹ ਲੱਤ ਦੀ ਪੀੜ ਕਿਸੇ ਦਵਾਈ ਬੂਟੀ ਨਾਲ ਹੁਣ ਠੀਕ ਨਹੀਂ ਹੋਣੀ। ਕਿਵੇਂ ਹੋਵੇਗੀ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਉਣਗੇ, ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕੀ, ਜਦੋਂ ਤੈਨੂੰ ਬਖਸ਼ਿਸ਼ ਕਰਨਗੇ ਉਦੋਂ ਇਹ ਪੀੜ ਦੂਰ ਹੋਵੇਗੀ। ਹੁਣ ਤੁਸੀਂ ਵੇਖ ਲਓ ਵੀ ਬਾਬੇ ਦਾਤੂ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਤ ਮਾਰੀ ਸੀ। ਗੁਰੂ ਅਮਰਦਾਸ ਪਾਤਸ਼ਾਹ ਤੋਂ ਮਗਰੋਂ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ, ਤੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ। ਕਿੰਨੇ ਸਾਲ ਦਾ ਸਮਾਂ ਲੱਗ ਗਿਆ। ਕਰਮ ਤੇ ਕੀਤਾ 1 ਮਿੰਟ ਦੇ ਵਿੱਚ, 2 ਮਿੰਟਾਂ ਵਿੱਚ ਕਰ ਲਿਆ ਹੋਵੇਗਾ ਲੱਤ ਮਾਰ ਕੇ, ਪਰ ਉਸ ਲੱਤ ਦੀ ਪੀੜ ਕਿੰਨੇ ਸਾਲ ਸਹੀ, ਕਿੰਨੇ ਸਾਲ ਰਾਤ ਨਹੀਂ ਸੁੱਤਾ, ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਲੱਤ ਤੀਸਰੇ ਪਾਤਸ਼ਾਹ ਨੂੰ ਮਾਰੀ ਹੈ, ਬਖਸ਼ਿਆ 5ਵੇਂ ਪਾਤਸ਼ਾਹ। ਇੰਨਾ ਲੰਮਾ ਸਮਾਂ ਰਾਤ ਨੂੰ ਸੌਂ ਨਹੀਂ ਪਾਇਆ, ਦੁਖੀ ਹੁੰਦਾ ਰਿਹਾ। ਉੱਠ ਕੇ ਰਾਤ ਨੂੰ ਬੈਠ ਜਾਂਦਾ, ਰੋਂਦਾ ਕਿ ਮੇਰੀ ਦਰਦ ਤੋਂ ਛੁਟਕਾਰਾ ਦਿਵਾਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸਭ ਦੁੱਖ ਹੈ ਮਾਇਆ ਮੋਹ। ਜਿਨ੍ਹਾਂ ਨੇ ਮਾਇਆ ਦਾ ਮੋਹ ਕੀਤਾ ਉਹ ਦੁਖੀ ਹੋਏ ਨੇ। ਬਾਬੇ ਦਾਤੂ ਦਾ ਇਤਿਹਾਸ ਪੜ੍ਹੋ, ਰਾਤ ਨੂੰ ਨੀਂਦ ਨਹੀਂ ਆਉਂਦੀ, ਚੋਰਾਂ ਨੇ ਰਸਤੇ ਵਿੱਚ ਕੁੱਟਿਆ, ਸੰਗਤ ਨੇ ਲਾਹਨਤਾਂ ਪਾਈਆਂ, ਦੁਰੇ ਬਥੇਰੀ ਹੋਈ, ਪਰ ਹੋਈ ਕਿਉਂ? ਕਿਉਂਕਿ ਗੁਰੂ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਪੈ ਗਿਆ। ਤੇ ਜੇ ਇਹ ਸਾਖੀ ਪੜ੍ਹ ਕੇ, ਇਹ ਇਤਿਹਾਸ ਪੜ੍ਹ ਕੇ, ਇਹ ਗ੍ਰੰਥ ਪੜ੍ਹ ਕੇ ਵੀ ਨਾ ਸਮਝ ਆਈ, ਤੇ ਫਿਰ ਇਸ ਤੋਂ ਪਰੇ ਕੀ ਕੀਤਾ ਜਾ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਖੋਟਾ ਇਹੋ ਵਪਾਰਾ ਰਾਮ। ਇਹ ਦੁਨੀਆ ਦਾ ਵਪਾਰ ਜਿਹੜਾ ਤੂੰ ਕਰਦਾ ਪਿਆ ਖੋਟਾ ਹੈ, ਤੇ ਖੋਟਾ ਕੰਮ ਕਿਸੇ ਕੰਮ ਨਹੀਂ ਆਉਂਦਾ। ਤੇ ਜਿਨ੍ਹਾਂ ਨੇ ਇਹ ਵਪਾਰ ਕੀਤਾ ਉਹ ਕੀਤਾ ਬਾਬੇ ਦਾਤੂ ਜੀਆਂ ਨੇ। ਉਹ ਤੈਨੂੰ ਦੱਸ ਦਿੱਤਾ ਵੀ ਕਿਵੇਂ ਉਹਨੇ ਕੀਤਾ ਸੀ। ਉਹਨੇ ਖੋਟਾ ਵਪਾਰ ਕੀਤਾ, ਉਹ ਦੁਖੀ ਰਿਹਾ। ਹੁਣ ਜੇ ਤੂੰ ਇਹ ਵਪਾਰ ਕਰੇਗਾ ਤੂੰ ਵੀ ਦੁਖੀ ਹੋ ਜਾਣਾ। ਇਸ ਕਰਕੇ ਇਸ ਖੋਟੇ ਵਪਾਰ ਨੂੰ ਨਾ ਕਰਨਾ ਕਰ। ਕੂੜ ਬੋਲ ਬਿਖ ਖਾਵਣੀ ਬਹੁ ਵਦੇ ਵਿਕਾਰਾ ਰਾਮ। ਪਾਤਸ਼ਾਹ ਕਹਿਣ ਲੱਗੇ ਕੂੜ ਬੋਲ। ਕੂੜ ਤੋਂ ਭਾਵ ਝੂਠ। ਝੂਠ ਬੋਲ ਕੇ ਬੰਦਾ ਜ਼ਹਿਰ ਖਾਂਦਾ। ਝੂਠ ਬੋਲਣਾ ਵੀ ਜ਼ਹਿਰ ਖਾਣ ਦੇ ਬਰਾਬਰ ਹੈ। ਤੇ ਜ਼ਹਿਰ ਕਿਸੇ ਦੇ ਮੂੰਹ ਵਿੱਚ ਪਾ ਦਿਓ, ਤੜਫ ਕੇ ਮਰਦਾ। ਝੂਠ ਬੋਲਣਾ, ਕੂੜ ਬੋਲ ਮੁਰਦਾਰ ਖਾਏ। ਗੁਰੂ ਨਾਨਕ ਸਾਹਿਬ ਨੇ ਆਖਿਆ ਮੁਰਦਾ ਮਰਿਆ ਹੋਇਆ, ਮਰੇ ਹੋਏ ਨੂੰ ਖਾ ਲੈਣਾ ਤੇ ਝੂਠ ਬੋਲ ਲੈਣਾ ਬਰਾਬਰ ਹੈ। ਕੂੜ ਬੋਲ ਬਿਖ ਖਾਵਨੀ। ਝੂਠ ਬੋਲਣਾ ਜ਼ਹਿਰ ਖਾਣ ਦੇ ਸਮਾਨ ਹੈ। ਤੇ ਕੁਝ ਲੋਕ ਐਸਾ ਕਰਮ ਕਰਦੇ ਨੇ, ਝੂਠ ਬੋਲਦੇ ਨੇ। ਤਾਂ ਮਹਾਰਾਜ ਨੇ ਆਖਿਆ ਸਾਡਾ ਸਿੱਖ ਝੂਠ ਨਾ ਬੋਲੇ, ਸੱਚ ਨੂੰ ਬੋਲੇ, ਕਿਉਂਕਿ ਸੱਚ ਪਰਮਾਤਮਾ ਹੈ, ਫਿਰ ਬਖਸ਼ਦੇ ਹਨ। ਕੂੜ ਬੋਲ ਬਿਖ ਖਾਵਣੀ ਬਹੁ ਵਦੇ ਵਿਕਾਰਾ ਰਾਮ। ਬੋਲ ਕੇ ਬਿਖ ਖਾਵਨੀ ਕੀ ਹੈ? ਮਾਇਆ ਇਕੱਠੀ ਕਰਨੀ। ਦੁਕਾਨਦਾਰ ਬੈਠਾ ਨਾ ਗੱਲੇ ਦੇ ਉੱਪਰ, ਦੁਕਾਨ ਦੇ ਦਰਵਾਜ਼ੇ ਤੇ ਝੂਠ ਬੋਲਦਾ ਪਿਆ, ਮੈਨੂੰ ਰਿਜ਼ਕ ਦੀ ਸਹੁੰ ਲੱਗੇ, ਮੈਂ ਇਹ ਚੀਜ਼ ਇੰਨੇ ਦੀ ਲੈ ਕੇ ਆਇਆ, ਇਦੋਂ ਘੱਟ ਦੇ ਹੀ ਨਹੀਂ ਸਕਦਾ, ਪਰ ਆਈ ਉਹਨੇ ਦੀ ਨਹੀਂ ਹੈ। ਝੂਠ ਬੋਲ ਕੇ ਜ਼ਹਿਰ ਖਾਂਦਾ ਪਿਆ ਮਾਇਆ ਇਕੱਠੀ ਕਰਨ ਵਾਸਤੇ। ਦੁਨੀਆ ਦਾ ਕੋਈ ਵਪਾਰੀ ਹੈ, ਦੁਨੀਆ ਦਾ ਕੋਈ ਕਰਮ ਕਰਨ ਵਾਲਾ, ਹਰੇਕ ਪੈਰ ਤੇ ਹਰੇਕ ਟਾਈਮ ਉਹ ਝੂਠ ਬੋਲਦਾ। ਕਾਹਦੇ ਵਾਸਤੇ? ਬਿਖ ਖਾਵਨੀ, ਮਾਇਆ ਇਕੱਠੀ ਹੋ ਜਾਵੇ। ਨੌਕਰ ਮਾਲਕ ਨੂੰ ਝੂਠ ਬੋਲਦਾ ਹੈ, ਅਤੇ ਇਸੇ ਤਰ੍ਹਾਂ ਨੌਕਰ ਮਾਲਕ ਨੂੰ ਝੂਠ ਬੋਲਦਾ ਹੈ। ਕੋਈ ਆਪਣੇ ਬੌਸ ਨੂੰ ਝੂਠ ਬੋਲਦਾ ਹੈ। ਝੂਠ ਬੋਲ ਕੇ ਚੱਲ ਜਾਵੇ ਕੰਮ। ਮੈਂ ਤੇ ਘਰੋਂ ਟਾਈਮ ਨਾਲ ਚੱਲ ਪਿਆ ਸੀ, ਪਰ ਰਸਤੇ ਵਿੱਚ ਬੜੀ ਭੀੜ ਹੋਣ ਕਰਕੇ ਮੈਂ ਆਪਣੀ ਨੌਕਰੀ ਤੇ ਸਮੇਂ ਸਿਰ ਨਹੀਂ ਪਹੁੰਚ ਸਕਿਆ। ਰਸਤੇ ਵਿੱਚ ਭੀੜ ਨਹੀਂ ਹੈ, ਘਰੋਂ ਹੀ ਲੇਟ ਚੱਲਿਆ ਹੈ, ਪਰ ਬੌਸ ਦੀ ਅੱਖ ਵਿੱਚ ਘੱਟਾ ਪਾਇਆ ਵੀ ਮੈਂ ਤੇ ਚੱਲ ਪਿਆ, ਪਰ ਮੈਨੂੰ ਬਾਜ਼ਾਰ ਦੇ ਲੋਕਾਂ ਨੇ, ਰਾਹਗੀਰ ਲੋਕਾਂ ਨੇ ਟਾਈਮ ਸਿਰ ਪਹੁੰਚਣ ਨਹੀਂ ਦਿੱਤਾ। ਝੂਠ ਬੋਲਦਾ ਹੈ ਬਿਖ ਖਾਵਨੀ, ਮਾਇਆ ਇਕੱਠੀ ਕਰਨ ਵਾਸਤੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਕਿ ਬਹੁ ਵਧੇ ਵਿਕਾਰਾ ਰਾਮ। ਇਹਦੇ ਨਾਲ ਫਿਰ ਵਿਕਾਰ ਹੀ ਵਧਣਗੇ ਨਾ।
ਕੁਕਰਮ ਹੀ ਵਧਣੇ ਨੇ। ਜਦੋਂ ਕੰਮ ਹੀ ਝੂਠ ਬੋਲ ਕੇ ਕੀਤਾ ਤੇ ਫਿਰ ਉਹਦੇ ਵਾਸਤੇ ਝੂਠ ਵੱਧਦੇ ਨੇ, ਵਿਕਾਰ ਮਨ ਵਿੱਚ ਵੱਧਦੇ ਨੇ। ਜਿਹੜੀ ਝੂਠ ਬੋਲ ਕੇ ਮਾਇਆ ਇਕੱਠੀ ਕੀਤੀ ਹੈ, ਉਹ ਮਾਇਆ ਤੈਨੂੰ ਵਿਕਾਰਾਂ ਵਾਲੇ ਪਾਸੇ, ਕਾਮ ਵਾਲੇ ਪਾਸੇ, ਕ੍ਰੋਧ ਵਾਲੇ ਪਾਸੇ, ਲੋਭ ਵਾਲੇ ਪਾਸੇ ਲੈ ਕੇ ਜਾ ਰਹੀ ਹੈ। ਤੇ ਉਹ ਕਾਮ ਕ੍ਰੋਧ ਤੇਰੇ ਮਨ ਵਿੱਚ ਵਧੇਗਾ, ਘਟੇਗਾ ਨਹੀਂ, ਹੋਰ ਤੋਂ ਹੋਰ ਅੱਗੇ ਤੋਂ ਅੱਗੇ ਵੱਧਦਾ ਹੈ। ਬਹੁ ਵਧੇ ਵਿਕਾਰਾ ਸਹਸਾ ਇਹੋ ਸੰਸਾਰਾ, ਬਿਨ ਆਵੈ ਪਤ ਖੋਈ। ਬਹੁਤ ਵਿਕਾਰ ਵੱਧਦਾ ਕਿਉਂਕਿ ਸੰਸਾਰ ਸੰਸਿਆ ਦਾ ਭਰਿਆ ਹੋਇਆ। ਬਿਨ ਨਾਵੈ ਪਤ ਖੋਈ, ਨਾਮ ਜਪੇ ਤੋਂ ਬਿਨਾਂ ਇੱਜ਼ਤ ਖਰਾਬ ਹੀ ਹੁੰਦੀ ਹੈ, ਇੱਜ਼ਤ ਖੋਈ ਜਾਂਦੀ ਹੈ, ਗੁਆਚ ਜਾਂਦੀ ਹੈ, ਇੱਜ਼ਤ ਚਲੇ ਜਾਂਦੀ ਹੈ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਹੈ। ਪੜ ਪੜ ਪੰਡਤ ਵਾਦ ਵਖਾਣਾ, ਬਿਨ ਬੂਝੇ ਸੁਖ ਨਾ ਹੋਈ। ਮਹਾਰਾਜ ਕਹਿਣ ਲੱਗੇ ਪੰਡਤ ਨਾਮ ਵਿਦਵਾਨ ਦਾ ਹੈ, ਜਿਹਨੇ ਵਿਦਿਆ ਦੀ ਪੰਡ ਚੁੱਕੀ ਹੋਈ ਹੈ। ਵੱਡੇ ਵੱਡੇ ਪੰਡਤ ਜਿਹੜੇ ਆਖਦੇ ਅਸੀਂ ਧਰਮ ਦੇ ਵਿੱਚ ਬੜੇ ਪੂਰੇ ਹਾਂ, ਵੱਡੇ ਵੱਡੇ ਕਾਜੀ ਤੇ ਮੁਲਾਣੇ ਜਿਹੜੇ ਕਹਿੰਦੇ ਅਸੀਂ ਸ਼ਰ੍ਹਾ ਦੇ ਵਿੱਚ ਬੜੇ ਪਰਪੱਕ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗ੍ਰੰਥਾਂ ਨੂੰ ਤੇ ਪੜ੍ਹ ਲਿਆ, ਪੜ੍ਹ ਕੇ ਕਿਸੇ ਨੇ ਵੇਦ, ਕਿਸੇ ਨੇ ਸ਼ਾਸਤਰ, ਕਿਸੇ ਨੇ ਪੁਰਾਣ, ਕਿਸੇ ਨੇ ਕੁਰਾਨ, ਕੋਈ ਬਾਈਬਲ ਪੜ੍ਹਦਾ ਪਿਆ, ਕੋਈ ਅੰਜੀਲ ਪੜ੍ਹਦਾ ਪਿਆ। ਗ੍ਰੰਥ ਤੇ ਪੜ੍ਹ ਲੈ, ਪਰ ਕਾਹਦੇ ਵਾਸਤੇ? ਬਾਦ ਵਿਖਾਣੇ, ਝਗੜਾ ਹੀ ਕਰਦੇ ਪਏ। ਇੱਕ ਆਖਦਾ ਦੂਜਾ ਮਾੜਾ, ਦੂਜਾ ਆਖਦਾ ਤੀਜਾ ਮਾੜਾ, ਸਾਰੇ ਝਗੜਾ ਕਰਨ ਵਿੱਚ ਪਏ ਹੋਏ ਨੇ। ਤੇ ਮਹਾਰਾਜ ਕਹਿਣ ਲੱਗੇ ਬਿਨ ਬੂਝੇ ਸੁਖ ਨਾ ਹੋਈ। ਨਾ ਪੰਡਤ ਨੇ ਰੱਬ ਨੂੰ ਜਾਣਿਆ, ਨਾ ਕਾਜੀ ਨੇ ਖੁਦਾ ਨੂੰ ਜਾਣਿਆ, ਨਾ ਬਾਈਬਲ ਪੜ੍ਹਨ ਵਾਲੇ ਨੇ ਉਸ ਨੂੰ ਗੌਰ ਨੂੰ ਨਹੀਂ ਜਾਣਿਆ। ਜਿਹਨੂੰ ਜਾਣਨਾ ਸੀ ਗ੍ਰੰਥ ਪੜ੍ਹ ਕੇ ਉਹਨੂੰ ਤੇ ਜਾਣਿਆ ਨਹੀਂ। ਆਪਸ ਵਿੱਚ ਇੱਕ ਦੂਜੇ ਨਾਲ ਝਗੜਾ ਕਰਨ ਵਾਸਤੇ ਲੱਗੇ ਹੋਏ। ਬਿਨਾਂ ਪਰਮੇਸ਼ਰ ਨੂੰ ਜਾਣੇ ਤੋਂ ਸੁਖ ਪ੍ਰਾਪਤ ਨਹੀਂ ਹੁੰਦਾ ਹੈ। ਆਵਣ ਜਾਣਾ ਕਦੇ ਨਾ ਚੁੱਕਾ, ਮਾਇਆ ਮੋਹ ਪਿਆਰਾ। ਨੂੰ ਮਾਇਆ ਦਾ ਮੋਹ ਬਹੁਤਾ ਪਿਆਰਾ ਹੋ ਕੇ ਲੱਗਾ ਹੋਇਆ। ਆਵਣ ਜਾਣਾ ਨਾ ਚੁੱਕੈ, ਜੰਮ ਕੇ ਆਉਣਾ, ਮਰ ਕੇ ਜਾਣਾ ਖਤਮ ਹੀ ਨਹੀਂ ਹੁੰਦਾ, ਹੋਵੇਗਾ ਹੀ ਨਹੀਂ ਉਹਨਾਂ ਦਾ ਖਤਮ। ਕਿਹਨਾਂ ਦਾ? ਜਿਨ੍ਹਾਂ ਨੂੰ ਮਾਇਆ ਨੇ ਬਹੁਤਾ ਆਪਣੇ ਮੋਹ ਵਿੱਚ ਲਾਇਆ ਹੋਇਆ। ਜੰਮਣ ਮਰਨ ਦਾ ਗੇੜਾ ਖਤਮ ਨਹੀਂ ਹੁੰਦਾ ਹੈ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਪਾਰਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਮਾਇਆ ਦਾ ਮੋਹ ਦੁੱਖ ਰੂਪ ਹੈ ਭਾਈ, ਤੇ ਇਹ ਦੁੱਖ ਹੀ ਦਿੰਦੀ ਹੈ। ਇਸ ਕਰਕੇ ਖੋਟਾ ਵਪਾਰ ਹੈ ਜਿਹਦੇ ਵਿੱਚ ਪਿਆ ਹੋਇਆ। ਹੁਣ ਮਾਂ-ਬਾਪ ਇਹ ਗੱਲ ਕਹਿ ਦੇਵੇ ਵੀ ਪੁੱਤਰ ਆਹ ਕੰਮ ਮਾੜਾ ਤੂੰ ਨਾ ਕਰ, ਜੇ ਪੁੱਤਰ ਫਿਰ ਵੀ ਕਰੇ ਤੇ ਘਾਟਾ ਹੀ ਖਾਏਗਾ ਨਾ। ਹੁਣ ਗੁਰੂ ਪਾਤਸ਼ਾਹ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਤੇ ਜੇ ਫਿਰ ਵੀ ਅਸੀਂ ਗੁਰੂ ਦਾ ਬਚਨ ਸੁਣ ਕੇ ਉਸੇ ਪਾਸੇ ਹੀ ਲੱਗੇ ਰਹੇ, ਮਾਇਆ ਦਾ ਵਪਾਰ ਹੀ ਕਰਦੇ ਰਹੇ, ਸੌਦਾ ਹੀ ਕਰਦੇ ਰਹੇ, ਖੱਟੀ ਵਾਲੇ ਪਾਸੇ ਧਿਆਨ ਰੱਖਿਆ, ਤੇ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਫਿਰ ਇਹ ਆ ਵੀ ਇਹ ਖੋਟਾ ਵਪਾਰ ਹੀ ਕਰਦਾ ਪਿਆ, ਝੂਠ ਦਾ ਕਰਦਾ ਪਿਆ ਜੋ ਦੁੱਖ ਰੂਪ ਹੈ। ਖੋਟੇ ਖਰੇ ਸਭ ਪਰਖੀਆਂ, ਤਿਤ ਸੱਚੇ ਕੇ ਦਰਬਾਰਾ ਰਾਮ। ਇਹ ਸੁਨਿਆਰਾ ਸੋਨਾ ਪਰਖਦਾ ਨਾ, ਕੋਈ ਨਕਲੀ ਗਹਿਣਾ ਪਾ ਲਵੇ, ਸਾਨੂੰ ਕਹਿ ਦੇਵੇਗਾ ਸੋਨੇ ਦਾ ਇੰਨੇ ਦਾ ਬਣਾਇਆ, ਉੱਥੋਂ ਬਣਾ ਕੇ ਲਿਆਂਦਾ, ਅਸੀਂ ਮੰਨ ਲਵਾਂਗੇ, ਸਾਨੂੰ ਕਿਹੜਾ ਪਰਖ ਹੈ। ਪਰ ਸੁਨਿਆਰੇ ਕੋਲ ਲੈ ਕੇ ਗਿਆ, ਉਹਨੇ ਝਾਟੀ ਵੇਖ ਕੇ ਆਖਿਆ ਇਹਦੇ ਵਿੱਚ ਇੰਨਾ ਪਿੱਤਲ, ਇੰਨਾ ਤਾਂਬਾ, ਇਹਦੇ ਝਾਲ ਫਿਰੀ ਹੋਈ ਹੈ, ਇਹ ਤੇ ਨਕਲੀ ਹੈ, ਇਹ ਤੇ 5-700 ਦਾ ਹੀ ਹੈ। ਸਾਨੂੰ